ਧੰਨ ਧੰਨ ਭਾਈ ਕਨ੍ਹਈਆ ਸਾਹਿਬ ਜੀ ਮਹਾਰਾਜ ਤਿਨਾਂ ਦੇ ਬਖਸ਼ਿਸ਼ ਦਿਵਸ ਨੂੰ ਸਮਰਪਿਤ ਕਰਦੇ ਹੋਏ ਅਤੇ ਆਪ ਸੰਗਤਾਂ ਨੇ ਜਿਹੜੀ ਬਖਸ਼ਿਸ਼ ਕੀਤੀ, ਦਾਸ ਨੂੰ ਜੋ ਸਹਿਯੋਗ ਦਿੱਤਾ, ਪਿਆਰ ਬਖਸ਼ਿਆ, ਜਿੱਥੇ ਆਪ ਸਰਬਤ ਸਾਧ ਸੰਗਤ ਦਾ ਸ਼ੁਕਰਾਨਾ ਹੈ, ਉੱਥੇ ਹੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸ਼ੁਕਰਾਨਾ ਕਰਦੇ ਹੋਏ ਅੱਜ ਇਹ ਸਮਾਗਮ ਰੱਖਿਆ ਗਿਆ। ਹੁਣੇ ਆਪ ਜੀ ਨੇ ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ, ਰਿੰਕੂ ਵੀਰ ਜੀ ਅੰਮ੍ਰਿਤਸਰ ਵਾਲੇ, ਉਹਨਾਂ ਪਾਸੋਂ ਕੀਰਤਨ ਸਰਵਣ ਕੀਤਾ। ਗੁਰੂ ਸਾਹਿਬ ਦੀ ਐਸੀ ਕਿਰਪਾ ਹੈ, ਜਿੱਥੇ ਕੀਰਤਨ ਦਾ ਆਨੰਦ ਬਣਿਆ ਉੱਥੇ ਹੀ ਭਾਈ ਸਾਹਿਬ ਜੀ ਵੱਲੋਂ ਸੰਗਤ ਨੂੰ ਕੁਝ ਨਾ ਕੁਝ ਸੇਧ ਦਿੱਤੀ ਹੈ, ਸਮਝਾਣਾ ਕੀਤਾ, ਗੁਰਸਿੱਖੀ ਵਾਲੇ ਮਾਰਗ ਤੇ ਤੁਰਨਾ ਸਿਖਾਇਆ। ਇਹ ਸਤਿਗੁਰ ਦੀ ਰਹਿਮਤ ਹੈ। ਭਾਈ ਸਾਹਿਬ ਜੀ ਕਹਿ ਰਹੇ ਸੀ ਅਰਦਾਸ ਕਰਿਓ, ਔਰ ਹਰ ਗੱਲ ਤੇ ਉਦਾਹਰਣ ਆਪਣਾ ਦਿੰਦੇ ਸੀ ਕਿ ਮੇਰੇ ਲਈ ਵੀ ਅਰਦਾਸ ਕਰਿਓ। ਸਤਿਗੁਰ ਸੱਚੇ ਪਾਤਸ਼ਾਹ ਨੇ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਗੁਰਸਿੱਖ ਨੂੰ ਦਿੱਤੀ ਹੈ ਅਰਦਾਸ। ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਨਾ ਹੈ, ਅਰਦਾਸ। ਕੋਈ ਦੁੱਖ ਦਾ ਵੇਲਾ ਹੈ, ਅਰਦਾਸ। ਕੋਈ ਸੁੱਖ ਦਾ ਵੇਲਾ ਹੈ, ਅਰਦਾਸ। ਔਰ ਅਰਦਾਸ ਕਰਕੇ ਅਸੀਂ ਕੀ ਕਰਨਾ ਹੈ? ਜਿੱਥੇ ਸ਼ੁਕਰ ਕਰਨਾ ਹੈ ਉੱਥੇ ਝੋਲੀਆਂ ਅੱਡ ਕੇ ਅਸੀਂ ਦਾਤੇ ਤੋਂ ਮੰਗਦੇ ਹਾਂ। ਔਰ ਸੱਚੇ ਪਾਤਸ਼ਾਹ ਦੀ ਰਹਿਮਤ ਹੈ। ਮੈਂ ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ ਦਾ ਤਹਿ ਦਿਲ ਤੋਂ ਰਿਣੀ ਹਾਂ। ਮੇਰੇ ਇਲੈਕਸ਼ਨ ਦੇ ਦੌਰਾਨ ਇਹਨਾਂ ਨੂੰ ਉੱਥੋਂ ਅੰਮ੍ਰਿਤਸਰ ਤੋਂ ਚਿੰਤਾ ਸੀ। ਭਾਈ ਸਾਹਿਬ ਜੀ ਨੇ ਮੈਨੂੰ ਕਿਹਾ ਕਿ ਕੋਈ ਦਿੱਲੀ ਸਮਾਗਮ ਰੱਖਣਾ ਹੈ ਕੋਈ ਹਲਕੇ 'ਚ ਆਪਣੇ, ਤੇ ਤੁਸੀਂ ਰੱਖੋ ਔਰ ਮੈਨੂੰ ਦੱਸੋ। ਕੁਦਰਤੀ ਗੱਲ ਹੈ ਕਿ ਉਹ ਪ੍ਰੋਗਰਾਮ ਨਹੀਂ ਬਣ ਪਾਇਆ। ਫਿਰ ਉੱਥੋਂ ਉਚੇਚੇ ਤੌਰ ਤੇ ਭਾਈ ਸਾਹਿਬ ਜੀ ਨੇ ਇੱਕ ਵੀਡੀਓ ਬਣਾ ਕੇ ਸੰਗਤ ਲਈ ਘੱਲੀ, ਸੰਗਤ ਨੂੰ ਬੇਨਤੀ ਕੀਤੀ, ਔਰ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਮੈਂ ਜਿਹੜਾ ਇਸ ਇਲੈਕਸ਼ਨ ਦੇ ਦੌਰਾਨ ਕਹਿੰਦੇ ਨਾ ਬਾਉਂਡਰੀ ਤੱਕ ਗਿਆ, ਤੇ ਬਾਉਂਡਰੀ ਤੇ ਜਾ ਕੇ ਕੈਚ ਆਊਟ ਹੋ ਗਿਆ। ਇਹ ਸਤਿਗੁਰ ਦੀ ਕਿਰਪਾ ਹੈ। ਮੈਂ ਸਮਝਦਾ ਇਹ ਸੱਚੇ ਪਾਤਸ਼ਾਹ ਨੇ ਆਪ ਕਲਾ ਵਰਤਾਈ ਆਪ ਸੰਗਤ ਨਾਲ। ਆਖਿਰ ਇੰਨੀ ਵੋਟਾਂ ਪਈਆਂ, ਇੰਨਾ ਪਿਆਰ ਮਿਲਿਆ, ਇਹ ਕਿਹਦੇ ਸਦਕਾ? ਇਹ ਗੁਰੂ ਨਾਨਕ ਦੀ ਮਰਜ਼ੀ ਸੀ। ਹੁਣੇ ਭਾਈ ਸਾਹਿਬ ਜੀ ਨੇ ਕਿਹਾ ਨਾ ਕਿ ਜਿਹਦੀ ਬਾਂਹ ਗੁਰੂ ਨਾਨਕ ਫੜ ਲੈਂਦਾ, ਤੇ ਗੁਰੂ ਨਾਨਕ ਨੇ ਹੀ ਬਾਂਹ ਫੜੀ ਸੀ, ਜਿਹੜਾ ਇੱਥੇ ਤੱਕ ਵਡਿਆਈ ਬਖਸ਼ੀ ਹੈ। ਇਲੈਕਸ਼ਨ ਤੇ 7-8 ਖਿਲਾੜੀ ਸੀਗੇ, ਕਿਸੇ ਨੂੰ 10 ਵੋਟਾਂ ਪਈਆਂ ਹੋਣੀਆਂ, ਕਿਸੇ ਨੂੰ 100, ਔਰ ਗੁਰਸਿੱਖੀ ਦੇ ਉੱਤੇ ਵਿਖਿਆਨ ਉਹਨਾਂ ਦੇ ਵੱਡੇ ਵੱਡੇ ਸੀਗੇ। ਮਗਰ ਇਹ ਸੱਚੇ ਪਾਤਸ਼ਾਹ ਦੀ ਰਹਿਮਤ ਹੈ ਕਿ ਹਰੀਨਗਰ ਦੀ ਸੰਗਤ ਨੇ ਇਹ ਵਡਿਆਈ ਬਖਸ਼ੀ, ਔਰ ਆਪ ਬਾਂਹ ਫੜ ਕੇ ਜਿੱਥੇ ਤੱਕ ਲੈ ਗਏ। ਗੁਰੂ ਸਾਹਿਬ ਦੇ ਅੰਦਰ ਕੋਈ ਕਮੀ ਨਹੀਂ ਸੀ, ਕਮੀ ਹੋਏਗੀ ਕੋਈ ਨਾ ਕੋਈ ਕਮੀ ਸਾਡੇ 'ਚ ਰਹੇਗੀ, ਜੋ ਸਤਿਗੁਰੂ ਨੂੰ ਨਹੀਂ ਭਾਈ ਹੋਏਗੀ। ਔਰ ਸਤਿਗੁਰੂ ਦੇ ਸੱਚੇ ਪਾਤਸ਼ਾਹ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਉਹਦੇ ਹੁਕਮ ਨੂੰ ਮੰਨਿਆ। ਸਤਿਗੁਰ ਰਹਿਮਤ ਕਰੇ। ਹੁਣ ਤੱਕ ਵੀ ਉਹਦੇ ਭਰੋਸੇ ਆ, ਅੱਗੇ ਵੀ ਉਹਦੇ ਭਰੋਸੇ ਆ। ਜੋ ਸੋਚਿਆ ਉਹਨੇ ਵਾਹ ਵਾਹ, ਅੱਗੇ ਵੀ ਕੁਝ ਨਾ ਕੁਝ ਸੋਚਿਆ ਹੋਏਗਾ। ਇੰਨੀ ਵਡਿਆਈ ਬਖਸ਼ੀ ਹੈ। ਗੁਰੂ ਘਰ ਦੀ ਸੇਵਾ ਤਾਂ ਪਹਿਲਾਂ ਹੀ ਦਿੱਤੀ ਹੋਈ ਹੈ। ਝੋਲੀ ਅੱਡ ਕੇ ਮੰਗੀ ਸੀ ਇਤਿਹਾਸਿਕ ਗੁਰਧਾਮਾਂ ਦੀ ਸੇਵਾ, ਔਰ ਸੇਵਾ ਵਾਸਤੇ ਕੋਈ ਮਨਾ ਨਹੀਂ ਹੈ। ਉੱਥੇ ਜਿਹੜਾ ਵੀ ਜਾ ਕੇ ਜੋੜਿਆਂ ਦੀ ਸੇਵਾ ਕਰੇ, ਭਾਂਡਿਆਂ ਦੀ ਸੇਵਾ ਕਰੇ। ਜਿਸ ਤਰ੍ਹਾਂ ਹੁਣੇ ਭਾਈ ਸਾਹਿਬ ਜੀ ਨੇ ਕਿਹਾ ਕਿ ਕੋਲਿਆਂ ਦੀ ਸੇਵਾ ਕਿਸੇ ਨੇ ਕੀਤੀ ਕਿ ਨਹੀਂ ਕੀਤੀ, ਜੋੜਿਆਂ ਦੀ ਸੇਵਾ ਕੀਤੀ ਕਿ ਨਹੀਂ ਕੀਤੀ। ਔਰ ਇਹ ਸੱਚੇ ਪਾਤਸ਼ਾਹ ਦੀ ਰਹਿਮਤ ਹੈ। ਹਰ ਗੁਰਸਿੱਖ ਦਾ ਫਰਜ਼ ਹੈ ਜਾ ਕੇ ਸੇਵਾ ਕਰਨਾ। ਪਾਤਸ਼ਾਹ ਨੇ ਜੋ ਵੀ ਸੋਚਿਆ ਅੱਗੇ ਵਧੀਆ ਸੋਚਿਆ ਹੋਏਗਾ। ਮੈਂ ਸਾਰੀ ਸੰਗਤ ਦਾ ਤਹਿ ਦਿਲੋਂ ਰਿਣੀ ਹਾਂ, ਧੰਨਵਾਦੀ ਹਾਂ
ਜਿੰਨਾ ਆਪ ਜੀ ਨੇ ਪਿਆਰ ਬਖਸ਼ਿਆ ਇਹ ਸਤਿਗੁਰ ਦੀ ਰਹਿਮਤ ਹੈ। ਤੁਹਾਡੇ ਪਿਆਰ 'ਚ ਕਿਤੇ ਕਮੀ ਨਹੀਂ ਸੀ। ਹਰੀਨਗਰ ਦੀ ਸੰਗਤ ਨੇ ਅਪਾਰ ਪਿਆਰ ਬਖਸ਼ਿਆ, ਔਰ ਜਿੰਨਾ ਵੀ ਬਖਸ਼ਿਆ ਇਹ ਸਤਿਗੁਰ ਦੀ ਕਿਰਪਾ ਹੈ। ਮੈਂ ਸਤਿਗੁਰ ਦੇ ਚਰਨਾਂ 'ਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹਜ਼ੂਰੀ 'ਚ ਨਤਮਸਤਕ ਹੋ ਕੇ ਗੁਰੂ ਚਰਨਾਂ 'ਚ ਇਹ ਅਰਦਾਸ ਕਰਦਾ, ਜਿਹੜਾ ਇੱਕ ਇੱਕ ਕਦਮ ਤੁਸੀਂ ਮੇਰੇ ਲਈ ਚੱਲੇ। ਜਦ ਮੇਰਾ ਰਾਉਂਡ ਹੁੰਦਾ ਸੀ ਨਾ ਪਦ ਯਾਤਰਾ, ਡੋਰ ਟੂ ਡੋਰ ਕੰਪੇਨਿੰਗ, ਤੇ ਸੰਗਤ ਇੰਨੀ ਹੁੰਦੀ ਸੀ, ਇੱਥੇ ਬੀਬੀਆਂ ਭੈਣਾਂ ਬੈਠੀਆਂ ਕਿ ਸ਼ਾਇਦ ਆਦਮੀ ਬੰਦਿਆਂ ਤੋਂ ਜ਼ਿਆਦਾ ਬੀਬੀਆਂ ਹੁੰਦੀਆਂ ਸੀ। ਕੋਈ ਪੇਡ ਵਰਕਰ ਲੈ ਕੇ ਤੁਰਦਾ ਹੈ, ਕੋਈ ਕਿਸੇ ਪਾਸੇ ਤੁਰਦਾ ਹੈ, ਕੋਈ ਲਾਲਚ ਵਾਸਤੇ ਤੁਰਦਾ ਹੈ। ਪਰ ਇਹਨਾਂ ਨੂੰ ਕੀ ਲਾਲਚ ਸੀ? ਇਹਨਾਂ ਨੂੰ ਲਾਲਚ ਸੀ ਸਤਿਗੁਰ ਦੇ ਜਿਹੜੇ ਹੁਕਮ 'ਚ, ਜਿਹੜੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸੇਵਾ ਬਖਸ਼ੀ ਹੈ। ਇਹ ਜਿਹੜੀ ਹੁਣੇ ਵਡਿਆਈ ਮੇਰੇ ਪਾਤਸ਼ਾਹ ਨੇ ਬਖਸ਼ੀ ਹੈ। ਜਿਹੜਾ ਇੱਕ ਵਾਰ ਗੁਰਦੁਆਰਾ ਸਾਹਿਬ ਆਉਂਦਾ ਹੈ, ਤੇ ਹੁਣੇ GSPS ਲਾਈਵ ਵਾਲੇ ਬੈਠੇ ਇੱਥੇ ਬਿੱਟੂ ਵੀਰ ਜੀ, ਜਦ ਪਹਿਲੀ ਵਾਰ ਇਸ ਗੁਰਦੁਆਰਾ ਸਾਹਿਬ ਆਏ ਤੇ ਬੜੀ ਪ੍ਰਸ਼ੰਸਾ ਕੀਤੀ। ਪ੍ਰਸ਼ੰਸਾ ਗੁਰੂ ਦੀ, ਇਹ ਵਡਿਆਈ ਉਹਨੇ ਬਖਸ਼ੀ ਨਾ। ਅਗਰ ਇਸ ਸਥਾਨ ਦੀ, ਪਾਵਨ ਸਥਾਨ ਦੀ ਪ੍ਰਸ਼ੰਸਾ ਹੋ ਰਹੀ ਹੈ ਕਿ ਗੁਰਦੁਆਰਾ ਸਾਹਿਬ ਸੋਹਣੇ ਬਣਾਏ ਨੇ, ਮਹਿਲ ਬਖਸ਼ੇ, ਤੇ ਪ੍ਰਸ਼ੰਸਾ ਮੇਰੇ ਗੁਰੂ ਦੀ ਹੈ, ਵਡਿਆਈ ਉਹਨੇ ਬਖਸ਼ੀ। ਉਸ ਤੋਂ ਬਾਅਦ 2 ਸਮਾਗਮ ਮੇਰੇ ਖਿਆਲ ਬਾਹਰ ਜਿਹੜੇ ਲਾਈਵ ਟੈਲੀਕਾਸਟ ਇਹਨਾਂ ਨੇ ਵਿਦੇਸ਼ ਵਾਸਤੇ, ਸੰਗਤ ਵਾਸਤੇ, ਜਿਹੜੇ ਫੋਰਨ ਤੋਂ ਰਿਕੁਐਸਟ ਆਈ, ਕਿਸੇ ਦਾ ਭੋਗ ਸੀ, ਉਹ ਇੱਥੋਂ ਲਾਈਵ ਕਰਕੇ ਉਹਨਾਂ ਨੂੰ, ਸੰਗਤ ਨੂੰ ਲਾਈਵ ਦਰਸ਼ਨ ਕਰਾਏ। ਮੈਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਇਹੀ ਅਰਦਾਸ ਕਰਦਾ, ਹੇ ਸੱਚੇ ਪਾਤਸ਼ਾਹ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਹੜਾ ਵੀ ਸੰਗਤ ਨੇ ਪਿਆਰ ਬਖਸ਼ਿਆ, ਜਿਨ੍ਹਾਂ ਨੇ ਪਿਆਰ ਬਖਸ਼ਿਆ, ਜਿਨ੍ਹਾਂ ਨੇ ਕਦਮ ਕਦਮ ਲੇਖੇ ਲਾਇਆ, ਮੈਂ ਉਹਨਾਂ ਦਾ ਰਿਣ ਉਤਾਰ ਨਹੀਂ ਸਕਦਾ। ਮਗਰ ਇਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਕਹਿ ਰਿਹਾ ਕਿ ਜਿਸ ਤਰ੍ਹਾਂ ਹੁਣੇ ਭਾਈ ਸਾਹਿਬ ਗੁਰਵਿੰਦਰ ਸਿੰਘ ਜੀ ਨੇ ਕਿਹਾ ਕਿ ਜਿਹੜਾ ਆਖਰੀ ਸਵਾਸ ਵੀ ਨਿਕਲੇ ਤੇ ਉਹਦੀ ਸੇਵਾ 'ਚ ਨਿਕਲੇ, ਜਿਹੜੇ ਅਖੀਰਲੇ ਸਵਾਸ ਵੀ ਹੋਣ ਉਹਦੀ ਬੰਦਗੀ 'ਚ ਹੋਣ, ਜਿਹੜੇ ਸੇਵਾ ਸੱਚੇ ਪਾਤਸ਼ਾਹ ਕਰਵਾਏ ਉਹ ਆਪ ਬਾਂਹ ਫੜ ਕੇ ਕਰਵਾਏ। ਇਹ ਸਤਿਗੁਰ ਦੀ ਰਹਿਮਤ ਹੈ। ਔਰ ਜਿਨ੍ਹਾਂ ਵੀ ਸਿੰਘਾਂ ਨੇ, ਸਿੰਘਣੀਆਂ ਨੇ, ਬੀਬੀਆਂ ਨੇ, ਭੈਣਾਂ ਨੇ, ਮਾਤਾਵਾਂ ਨੇ, ਮੇਰੇ ਵੀਰਾਂ ਨੇ ਮੇਰਾ ਸਾਥ ਦਿੱਤਾ, ਮੈਂ ਜ਼ਿੰਦਗੀ ਭਰ ਉਹਨਾਂ ਦਾ ਅਹਿਸਾਨ ਮੰਨਦਾ। ਜਿੱਥੇ ਕਹੋਗੇ, ਜਦ ਕਹੋਗੇ, ਗੁਰੂ ਦੀ ਹਜ਼ੂਰੀ 'ਚ ਕਹਿ ਰਿਹਾ, ਮੈਂ ਉਹਨਾਂ ਲਈ ਹਰ ਵੇਲੇ ਸ਼ਾਮਲ ਹਾਸਲ, ਜਿਸ ਤਰ੍ਹਾਂ ਤੁਸੀਂ ਕਹੋਗੇ ਹਾਜ਼ਰ ਹੋਵਾਂਗਾ, ਮਗਰ ਕਿੱਥੇ ਤੁਹਾਡੀ ਪਿੱਠ ਨਹੀਂ ਲੱਗਣ ਦੇਵਾਂਗਾ। ਜਦ ਵੀ ਅੱਜ ਮੈਨੂੰ ਥੋੜਾ ਜਿਹਾ ਪੋਲੀਟੀਕਲ ਕਈ ਗੱਲਾਂ ਹੋ ਜਾਂਦੀਆਂ ਨੇ ਗੁਰੂ ਦੀ ਹਜ਼ੂਰੀ 'ਚ, ਮੈਂ ਮਾਫੀ ਮੰਗਦਾ। ਇਹ ਨਾਲ ਹੀ 6 ਨੰਬਰ ਗਲੀ, 4 ਨੰਬਰ ਗਲੀ 'ਚ ਸਾਡੇ ਮਿੰਟੂ ਭਾਜੀ ਰਹਿੰਦੇ, ਮਠਾਰੂ ਪਰਿਵਾਰ, ਉਹਨਾਂ ਦਾ ਪੰਪ ਸੀਲ ਹੋ ਰਿਹਾ ਸੀ। ਹੋਰ ਵੀ ਗਲੀ 'ਚ, ਇਲਾਕੇ 'ਚ ਪੰਪ ਸੀਲ ਹੋ ਰਹੇ ਸੀ। ਮੈਂ ਹਲੇ ਤਿਆਰ ਨਹੀਂ ਹੋਇਆ, ਮਗਰ 11:30 ਹੋਏ ਸੀ, ਦਾੜਾ ਖੁੱਲਾ ਸੀ, ਸਿਰ ਤੇ ਪਟਕਾ ਬੰਨਿਆ ਸੀ। ਉੱਥੇ ਆਇਆ, ਸਕੂਟਰ ਰੋਕਿਆ, ਕੀ ਹੋ ਰਿਹਾ, ਬੜਾ ਰੋਲਾ ਪੈ ਰਿਹਾ। ਮੈਂ ਉੱਥੇ ਰੁਕਿਆ ਤੇ ਉੱਥੇ ਦੇਖਿਆ ਕਿ ਉਹ ਪੰਪ ਸੀਲ ਹੋ ਰਿਹਾ ਸੀ। ਇਹਨਾਂ ਤੋਂ ਪਹਿਲੇ ਇੱਕ MLA ਸੀਗੇ ਸਰਦਾਰ ਜਗਦੀਪ ਸਿੰਘ ਜੀ, ਉਹਨਾਂ ਦੇ ਸਮੇਂ ਦੀ ਗੱਲ ਹੈ। ਮੈਂ ਉੱਥੇ ਗਿਆ, ਮੈਂ ਅਫਸਰਾਂ ਨੂੰ ਕਿਹਾ ਕਿਉਂ ਕਰ ਰਹੇ ਹੋ? ਮੈਂ ਕਿਹਾ ਪਾਣੀ ਤੁਸੀਂ ਪੀਣ ਦਾ ਦੇ ਨਹੀਂ ਸਕਦੇ ਤੇ ਸੀਲ ਕਾਹਨੂੰ ਕਰਨਾ? ਔਰ ਮੈਂ ਸਤਿਗੁਰੂ ਤੋਂ ਡਰ ਕੇ ਕਹਿ ਰਿਹਾ ਕਿ ਮੈਂ ਉੱਥੇ ਉਸ ਪੰਪ ਦੇ ਜਿੱਥੇ ਉਹਨਾਂ ਨੇ ਹਥੌੜਾ ਮਾਰਨਾ ਸੀ ਉੱਥੇ ਬਹਿ ਗਿਆ। ਮੈਂ ਕਿਹਾ ਪਹਿਲਾ ਹਥੌੜਾ ਵੱਜੇਗਾ ਤਾਂ ਮੇਰੇ ਸਿਰ ਤੇ ਵੱਜੇਗਾ, ਉਸ ਤੋਂ ਬਾਅਦ ਇਹ ਪੰਪ ਸੀਲ ਹੋਏਗਾ। ਔਰ ਸਤਿਗੁਰ ਸੱਚੇ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਜਿਹੜੇ ਕੰਮ ਨੂੰ ਤੁਰਦੇ ਆ, ਉਹ ਸਤਿਗੁਰ ਆਪ ਨਿਭਾਉਂਦੇ ਨੇ। ਉਹ ਦਿਨ ਸੀ ਤੇ ਅੱਜ ਦਾ ਦਿਨ ਹੈ। ਉਹ ਸੀਲ ਨਹੀਂ ਹੋਇਆ, ਹੁਣ ਵਾਪਸ ਸਰਵੇ ਹੋ ਰਹੇ ਨੇ, ਉਹ ਸੀਲਿੰਗ ਵਾਸਤੇ ਦੌਰ ਫਿਰ ਸ਼ੁਰੂ ਹੋਣ ਲੱਗਿਆ। ਮਗਰ ਇਹ ਸੱਚੇ ਪਾਤਸ਼ਾਹ ਦੀ ਐਸਾ ਕਿਰਪਾ ਸੀ ਕਿ ਉਸ ਘਰ 'ਚ ਦਿੱਲੀ ਜਲ ਬੋਰਡ ਦਾ ਕਨੈਕਸ਼ਨ ਨਹੀਂ ਸੀਗਾ, ਸਿਰਫ ਸਮਰਸੀਬਲ ਤੋਂ ਪਾਣੀ ਚੱਲ ਰਿਹਾ ਸੀ। ਅਗਰ ਉਹ ਸੀਲ ਹੋ ਜਾਂਦਾ ਤੇ ਫਿਰ ਕੀ ਪਰਤਾ। ਇਹ ਸਤਿਗੁਰ ਦੀ ਰਹਿਮਤ ਹੈ। ਉਹਦੇ ਹੁਕਮ ਅਨੁਸਾਰ ਮੈਂ ਉਸ ਸਮੇਂ ਉੱਥੇ ਪਹੁੰਚਿਆ। ਇਹ ਨਾਲ ਦੀ 4 ਨੰਬਰ ਗਲੀ 'ਚ ਨੰਦ ਸਲੂਜਾ ਜੀ ਦਾ ਮਕਾਨ ਹੈ, ਉਹਨਾਂ ਨੇ 4ਥੀ ਮੰਜ਼ਿਲ ਪਾਈ। ਉੱਥੇ ਜੇ ਹੀ ਲਾਲਚ ਹੁੰਦਾ, ਕੋਈ ਨਹੀਂ ਮਿਲਿਆ ਹੋਣਾ, ਉੱਥੇ ਉਹ ਪਹੁੰਚ ਗਿਆ ਆਪਣੇ ਦਲ ਬਲ ਦੇ ਨਾਲ ਹਥੌੜਾ ਲੈ ਕੇ। ਮੈਨੂੰ ਪਤਾ ਲੱਗਿਆ, ਮੈਂ ਉੱਥੇ ਪਹੁੰਚਿਆ। ਕੋਈ ਐਸੀ ਪਾਵਰ ਨਹੀਂ ਸੀ, ਕੋਈ ਐਸੀ ਕੁਰਸੀ ਨਹੀਂ ਹੈ, ਮਗਰ ਇੱਕ ਆਤਮ ਬਲ ਹੈ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼ ਸਦਕਾ।
ਉੱਥੇ ਜਾ ਕੇ ਜੇਈ ਦਾ ਹਥੌੜਾ ਫੜਿਆ ਤੇ ਥੱਲੇ ਸੁੱਟਤਾ। ਮੈਂ ਕਿਹਾ ਪਹਿਲੇ ਅਗਰ ਕੋਈ ਕਾਰਵਾਈ ਕਰਨੀ ਹੈ ਤੇ ਮੇਰੇ ਤੇ ਹੋਏਗੀ। ਪੁਲਿਸ ਵਾਲੇ ਸੀਗੇ, ਮੈਨੂੰ ਅਰੈਸਟ ਕਰਨ ਦਾ ਧਮਕੀ ਦੇਣ ਲੱਗੇ। ਮੈਂ ਕਿਹਾ ਜਿਹੜਾ ਕੇਸ ਬਣਾਉਣਾ ਬਣਾ ਲੈ, ਪਹਿਲੇ ਥੱਲੇ ਚੱਲ ਇੱਥੋਂ। ਲੇਡੀਜ਼ ਘਰ 'ਚ ਇਕੱਲੀ ਹੈ, ਤੇਰੇ ਮਤਲਬ ਕੀ ਹੈ ਅੰਦਰ ਵੜਨ ਦਾ? ਸੋ ਮੈਂ ਗੱਲਾਂ ਇਸ ਕਰਕੇ ਕਰ ਰਿਹਾ ਕਿ ਗੁਰੂ ਦੀ ਬਖਸ਼ਿਸ਼ ਹੈ, ਤੁਹਾਡੇ ਲਈ ਪਹਿਲਾਂ ਵੀ ਖੜੇ ਸੀ, ਅੱਗੇ ਵੀ ਖੜੇ ਰਹਾਂਗੇ। ਕੋਈ ਗੱਲ ਨਹੀਂ ਹੈ। ਜਿਹੜੀ ਸੇਵਾ ਹੈ ਸੱਚੇ ਪਾਤਸ਼ਾਹ ਨੇ ਜਿਹਨੂੰ ਬਖਸ਼ੀ ਹੈ, ਜਿਸ ਦਰ ਤੋਂ ਅਸੀਂ ਮੰਗਦੇ ਹਾਂ ਉਸੇ ਦਰ ਤੋਂ ਉਹ ਮੰਗਦਾ ਹੈ। ਉਹਨੇ ਮੰਗਿਆ, ਉਹਨੂੰ ਉਹ ਸੇਵਾ ਮਿਲ ਗਈ ਹੈ। ਅਗਰ ਅੱਜ ਉਸ ਤੇ ਅਸੀਂ ਕਿੰਤੂ ਪਰੰਤੂ ਕਰੀਏ ਤੇ ਸਾਡੇ ਤੋਂ ਵੱਡਾ ਅਕ੍ਰਿਤਕਣ ਨਹੀਂ, ਕਿਉਂਕਿ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਹੀ, ਉਹਦੀ ਮਰਜ਼ੀ ਨਾਲ ਹੀ ਉਹਨੂੰ ਸੇਵਾ ਮਿਲੀ ਹੈ। ਕੋਈ ਕਹੇ ਜੀ ਉਹਨੇ ਫਰੇਬ ਕਰਤਾ, ਕੋਈ ਉਹਨੇ ਝੂਠ ਬਣਤਾ, ਉਹਨੇ ਇਹ ਕਰਤਾ, ਉਹਨੇ ਉਹ ਬਣਤਾ, ਪਰ ਸੱਚਾਈ ਤਾਂ ਇਹ ਨਾ ਕਿ ਉਹਨੂੰ ਸੇਵਾ ਮਿਲ ਗਈ ਹੈ। ਤੇ ਉਹਦੇ ਕੀਤੇ ਤੇ ਅਸੀਂ ਕੋਈ ਕੁਐਸਚਨ ਮਾਰਕ ਲਾਈਏ ਤੇ ਫਿਰ ਸਾਡੇ ਤੋਂ ਵੱਡਾ ਤਾਂ ਅਕ੍ਰਿਤਕਣ ਕੋਈ ਨਹੀਂ। ਸੋ ਸਤਿਗੁਰ ਰਹਿਮਤ ਕਰੇ, ਸੱਚੇ ਪਾਤਸ਼ਾਹ ਰਹਿਮਤ ਕਰੇ। ਜਦ ਤੱਕ ਵਿਸ਼ਵਾਸ ਨੇ ਆਪ ਸੰਗਤ ਦੀ ਸੇਵਾ 'ਚ ਹਾਜ਼ਰ ਰਵਾਂ। ਜਿਹੜੀਆਂ ਵੀ ਸੰਗਤਾਂ ਅੱਜ ਇੱਥੇ ਦੂਰੋਂ ਨੇੜੋਂ ਚੱਲ ਕੇ ਆਈਆਂ, ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਔਰ ਸਾਰੇ ਸੰਗਤ ਦਾ, ਯੂਥ ਦਾ, ਮੇਰੇ ਨਾਲ ਜਿਹੜੇ ਪਿਛਲੇ ਦਿਨੀ ਬਾਂਹ ਬਣ ਕੇ ਤੁਰੇ, ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਔਰ ਇੱਕ ਬੇਨਤੀ ਹੈ ਕਿ ਜਿੱਥੇ ਹੁਣੇ ਸਾਰਿਆਂ ਨੇ ਥੱਲੇ ਪੰਗਤ ਵਿੱਚ ਬਹਿ ਕੇ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ ਹੈ। ਸਮਾਂ ਲਗਭਗ ਅੱਧਾ ਪੌਣਾ ਘੰਟਾ ਹੈ, ਦੀਵਾਨ ਲੇਟ ਹੋ ਚੁੱਕਿਆ ਹੈ। ਮੈਂ ਝੋਲੀ ਅੱਡ ਕੇ ਆਪ ਸੰਗਤ ਤੋਂ ਹੱਥ ਜੋੜ ਕੇ ਨਿਮਰਤਾ ਸਹਿਤ ਮਾਫੀ ਮੰਗਦਾ, ਕਿਉਂਕਿ ਵਿੱਚ ਇੱਕ ਮਹਾਂਪੁਰਖ ਆ ਗਏ ਸੀ, ਉਹਨਾਂ ਨੂੰ 15-20 ਮਿੰਟ ਦਾ ਸਮਾਂ ਦਿੱਤਾ ਤੇ ਇਸ ਕਰਕੇ ਸਮਾਂ ਥੋੜਾ ਜਿਹਾ ਡਿਲੇ ਹੋ ਗਿਆ। ਸੋ ਸੰਗਤ ਪ੍ਰਤੀ ਬੇਨਤੀ, ਸ਼ੁਕਰਾਨਾ, ਸੱਚੇ ਪਾਤਸ਼ਾਹ ਕਿਰਪਾ ਕਰੇ। ਜਿੱਥੇ ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ, ਰਿੰਕੂ ਵੀਰ ਜੀ ਦਾ ਵਿਸ਼ੇਸ਼ ਧੰਨਵਾਦ ਹੈ। ਮੈਂ ਕਿਹਾ ਸੀ ਕਿ ਨਿਸ਼ਕਾਮ ਕੀਰਤਨੀਏ ਨੇ, ਵਾਕਈ ਨਿਸ਼ਕਾਮ ਤਾਂ ਹੈਗੇ ਨੇ, ਮਗਰ ਗੁਰੂ ਦੀ ਕਿਰਪਾ ਨਾਲ ਇਹ ਬਹੁਤ ਸੇਵਾ ਨਿਭਾ ਰਹੇ ਨੇ। ਸੱਚੇ ਪਾਤਸ਼ਾਹ ਕਿਰਪਾ ਕਰੇ, ਆਪ ਬਿੱਦ ਬਣਾ ਕੇ ਇਹ ਸੇਵਾ ਲੈਂਦਾ ਰਹੇ। ਦਾਸ ਵੱਲੋਂ ਇਹਨਾਂ ਨੂੰ ਜੀ ਆਇਆਂ, ਸਤਿਕਾਰ ਹੈ। ਇੱਕ ਸੰਗਤ ਇਹਨਾਂ ਦੀ ਚੜ੍ਹਦੀ ਕਲਾ ਲਈ, ਇਹਨਾਂ ਦੇ ਜਥੇ ਲਈ, ਚੜ੍ਹਦੀ ਕਲਾ ਲਈ ਇੱਕ ਜੈਕਾਰਾ ਜ਼ਰੂਰ ਲਾਇਓ। ਬੋਲੇ ਸੋ ਨਿਹਾਲ। ਸੋ ਆਪ ਸਰਬ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ। ਨਾਲ ਹੀ ਇੱਕ ਜ਼ਰੂਰੀ ਬੇਨਤੀ ਹੈ ਕਿ 2-4 ਦਿਨਾਂ ਬਾਅਦ ਹੀ ਜਿਹੜੇ ਸਰਾਧ ਹੁੰਦੇ ਆ ਉਹ ਸ਼ੁਰੂ ਹੋਣ ਲੱਗੇ। ਔਰ ਪਿਛਲੇ ਲਗਾਤਾਰ 2 ਸਾਲ ਤੋਂ ਇੱਕ ਨਿਯਮ ਬਣਾਇਆ ਕਿ ਗੁਰੂ ਘਰ ਦੇ ਵਜ਼ੀਰ ਜਾਂ ਸੇਵਾਦਾਰ ਕਿਸੇ ਦੇ ਘਰ ਸਰਾਧ ਦੀ ਨਾ ਰੋਟੀ ਖਾਣ ਜਾਣਗੇ, ਨਾ ਕੋਈ ਸਰਾਧ ਦਾ ਕਿੱਥੇ ਕੋਈ ਅਰਦਾਸ ਹੋਵੇਗੀ। ਜਿਨ੍ਹਾਂ ਨੇ ਆਪਣੇ ਬਜ਼ੁਰਗਾਂ ਦੇ ਦਿਨ ਮਨਾਣੇ ਆ, ਉਹ ਗੁਰੂ ਚਰਨਾਂ 'ਚ ਆ ਕੇ ਕਦੇ ਵੀ ਕਿਸੇ ਦਿਨ ਅਰਦਾਸ ਕਰਾ ਸਕਦੇ ਆ। ਐਤਕੀ ਇੱਕ ਹੋਰ ਇਹਦੇ 'ਚ ਨਵਾਂ ਕੰਮ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਜੋਤੀ ਜੋਤ ਪੁਰਬ, ਜੋ ਕਿ 1 ਤਰੀਕ ਨੂੰ ਹੈ। ਅਸੀਂ ਉਸ ਦਿਨ ਨੂੰ ਮਨਾਉਂਦੇ ਹੋਏ, ਭਾਵੇਂ ਸੰਗਤ ਨੇ ਆਪਣੇ ਵੱਡੇ ਵਡੇਰਿਆਂ ਦਾ ਦਿਨ ਮਨਾਉਣਾ ਜਾਂ ਹੋਰ, ਮੇਰੀ ਸੰਗਤ ਪ੍ਰਤੀ ਹੱਥ ਜੋੜ ਕੇ ਬੇਨਤੀ ਹੈ, ਅਸੀਂ ਗੁਰਸਿੱਖ ਮਰਿਆਦਾ ਤੇ ਪਹਿਰਾ ਦੇਣ ਦਾ ਯਤਨ ਕਰੀਏ। ਜਿਹੜੇ ਵਹਿਮ ਪਖੰਡ ਨੇ ਉਹਨਾਂ ਤੋਂ ਬਾਹਰ ਨਿਕਲੀਏ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਉਹ ਸਭ ਤੋਂ ਵੱਡਾ ਸਤਿਗੁਰੂ ਨਾਨਕ ਹੈ। ਉਹਦਾ ਦਿਨ ਅਸੀਂ ਮਨਾਈਏ, ਜੋਤੀ ਜੋਤ ਪੁਰਬ। ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਅਸੀਂ ਮਨਾਵਾਂਗੇ। ਉਹਦੇ 'ਚ ਸ਼੍ਰੀ ਅਖੰਡ ਪਾਠ ਸਾਹਿਬ ਰੱਖੇ ਜਾਣਗੇ। ਕਿਸੇ ਇੱਕ ਪਰਿਵਾਰ ਦੀ ਕੋਈ ਸੇਵਾ ਨਹੀਂ ਹੋਏਗੀ, ਸਾਰੇ ਪਰਿਵਾਰਾਂ ਦਾ ਸਾਂਝਾ ਕੰਮ ਹੋਏਗਾ। ਉਹਦੇ 'ਚ ਸਾਰਿਆਂ ਪਰਿਵਾਰਾਂ ਦੀ ਥੋੜ੍ਹੀ ਥੋੜ੍ਹੀ ਤਿਲ ਭੁਲ ਸੇਵਾ ਹੋਏਗੀ। ਔਰ ਉਸ ਦਿਨ ਵੱਡੇ ਦੀਵਾਨ ਜੋ ਸਵੇਰੇ 9 ਵਜੇ ਤੱਕ ਸਜਣਗੇ, ਉਪਰੰਤ ਗੁਰੂ ਕਾ ਲੰਗਰ ਵੀ ਅਟੁੱਟ ਵਰਤੇਗਾ। ਸੋ ਸਰਬਤ ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਇਹ ਜਿਹੜੀ ਮਰਿਆਦਾ ਹੈ ਗੁਰਸਿੱਖੀ ਮਾਰਗ ਤੇ ਚੱਲਣ ਦੀ, ਅਸੀਂ ਉਹਨੂੰ ਨਿਭਾਉਣ ਦਾ ਯਤਨ ਕਰੀਏ। ਔਰ ਆਪਣੇ ਜਿਹੜੇ ਵੱਡੇ ਵਡੇਰਿਆਂ ਦੇ ਦਿਨ ਅਸੀਂ ਮਨਾਣੇ ਨੇ, ਉਹਨਾਂ ਤੋਂ ਉੱਪਰ ਉੱਠਦੇ ਹੋਏ ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਜੋਤੀ ਜੋਤ ਪੁਰਬ ਅਸੀਂ ਮਨਾਈਏ। ਸੋ ਉਹਦੇ 'ਚ ਆਪ ਸਾਰਿਆਂ ਨੇ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਹੈ। ਅੱਜ ਜਿੱਥੇ
ਯੂਨਾਈਟਿਡ ਸਿੱਖ ਦੇ ਸਮੁੱਚੇ ਟੀਮ ਇੱਥੇ ਆਈ ਹੈ, ਜਿਨ੍ਹਾਂ ਨੇ ਮੇਰੀ ਬਾਂਹ ਫੜੀ ਔਰ ਇਸ ਇਲੈਕਸ਼ਨ ਦੌਰਾਨ ਸਾਥ ਦਿੱਤਾ। ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਗੁਰਦੁਆਰਾ ਸੀ ਬਲਾਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਇੱਥੇ ਆਈ ਹੈ, ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਔਰ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ ਸਰਦਾਰ ਅਮਰਜੀਤ ਸਿੰਘ ਟੱਕਰ ਜੀ, ਜੋ ਕਿ ਗੁਰਦੁਆਰਾ ਸੀ ਬਲਾਕ ਦੇ ਪ੍ਰਧਾਨ ਨੇ। ਇਹਨਾਂ ਨੇ ਜਿਹੜੇ ਵੀ ਪੰਫਲੇਟ ਬਣੇ, ਇਸ਼ਤਿਹਾਰ ਬਣੇ, ਮੇਰੇ ਤੋਂ ਕੋਈ ਕਿਸੇ ਪ੍ਰਕਾਰ ਦੀ ਇਹਨਾਂ ਨੇ ਹਾਲਾਂਕਿ ਸੇਵਾ ਨਹੀਂ ਲਈ, ਔਰ ਮੈਂ ਬੜਾ ਯਤਨ ਕੀਤਾ ਕਿ ਇਹਨਾਂ ਨੂੰ ਭੇਟਾ ਦੇ ਸਕਾਂ, ਮਗਰ ਇਹਨਾਂ ਨੇ ਕੋਈ ਸੇਵਾ ਨਹੀਂ ਲਈ। ਮੈਂ ਇਹਨਾਂ ਦਾ ਦਿਲ ਤੋਂ ਰਿਣੀ ਹਾਂ, ਔਰ ਜਿੰਨੀ ਵੀ ਟੀਮ ਇੱਥੇ ਬੈਠੀ ਹੈ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਉਸ ਤੋਂ ਇਲਾਵਾ ਸਾਡੇ ਵਿਚਕਾਰ ਭਾਈ ਸਾਹਿਬ ਜੋ ਭਾਈ ਦਵਿੰਦਰ ਸਿੰਘ ਜੀ ਦਰਪਣ ਹੈੱਡ ਗ੍ਰੰਥੀ ਗੁਰਦੁਆਰਾ ਸੀ ਬਲਾਕ ਇੱਥੇ ਪੁੱਜੇ ਨੇ, ਸੰਗਤ ਨਾਲ ਹਾਜ਼ਰੀ ਭਰ ਰਹੇ ਨੇ, ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ। ਜਿਹੜੇ ਵੀ ਇੱਥੇ ਸੰਗਤੀ ਰੂਪ 'ਚ ਸ਼ਾਮਲ ਹੋਏ ਆ, ਮੈਂ ਸਾਰਿਆਂ ਦਾ ਧੰਨਵਾਦੀ ਹਾਂ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਹੁਣ ਗੁਰੂ ਸਾਹਿਬ ਦੇ ਸੁਖਾਸਨ ਲਈ ਅਰਦਾਸ ਹੋਵੇਗੀ। ਆਪਣੇ ਗੁਰੂ ਸਾਹਿਬ ਆਪਣੇ ਨਿੱਜੀ ਸਥਾਨ ਤੇ ਚਾਲੇ ਪਾਉਣਗੇ, ਸਾਰਿਆਂ ਨੇ ਅਰਦਾਸ 'ਚ ਸ਼ਾਮਲ ਹੋਣਾ ਹੈ। ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਲੈਣ ਤੋਂ ਬਾਅਦ ਥੱਲੇ ਲੰਗਰ ਹਾਲ 'ਚ ਪੰਗਤ 'ਚ ਬਹਿ ਕੇ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਔਰ ਅੱਜ ਇਹ ਸਾਰਾ ਲਾਈਵ ਜਿਹੜਾ ਦੇਸ਼ ਵਿਦੇਸ਼ 'ਚ GSPS ਲਾਈਵ ਦੁਆਰਾ ਇਹ ਪ੍ਰੋਗਰਾਮ ਸਿੱਧਾ ਪ੍ਰਸਾਰਣ ਹੋ ਰਿਹਾ ਹੈ। ਇਹਨਾਂ ਦੇ ਵਿਊਅਰਸ, ਇਹਨਾਂ ਦੇ ਫੋਲੋਅਰਸ, ਤੁਸੀਂ ਆਪ ਜਿਸ ਟਾਈਮ ਇਹਨਾਂ ਨੂੰ ਸਬਸਕ੍ਰਾਈਬ ਕਰੋਗੇ ਤੇ ਤੁਸੀਂ ਵੇਖੋਗੇ ਕਿੰਨੇ ਇੱਕ ਪ੍ਰੋਗਰਾਮ ਦੇ ਕਿੰਨੇ ਕਿੰਨੇ ਲਾਈਕ ਜਾਂ ਅੱਗੇ ਵਿਊਅਰਸ ਹੁੰਦੇ ਨੇ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਇਸ ਤੋਂ ਇਲਾਵਾ ਸੰਤ ਸਾਊਂਡ ਵਾਲੇ ਵੀਰ ਜੀ, ਉਹਨਾਂ ਦਾ ਵੀ ਧੰਨਵਾਦ। ਸਾਰੀ ਸੰਗਤ ਦਾ ਧੰਨਵਾਦ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।